ਪੰਜਾਬੀ ਰੇਡੀਓ ਜੈਸੇ ਸੁਣ ਰਹੇ ਸਾਰੇ ਸਰੋਤਿਆਂ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੁੜਾਂਗੇ ਜੀ ਹੁਣ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਨਾਲ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ, ਖਬਰਾਂ ਕੀ ਕਹਿੰਦੀਆਂ ਨੇ, ਉੱਥੇ ਕੀ ਕੁਛ ਹੋ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾ ਜੀ ਟਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਜੋ ਟਰੱਕ ਵਾਸ਼ ਵੀ ਕਰਦੇ ਨੇ। ਟਲੈਰੀ ਦੇ ਵਿੱਚ ਇਹਨਾਂ ਦਾ ਦੁਕਾਨ ਹੈ ਜੀ। 5596851260। ਕੋਈ ਵੀ ਤੁਹਾਨੂੰ ਟਰੱਕ ਤੇ ਟ੍ਰੇਲਰ ਦਾ ਕੰਮ ਹੈ, ਇਹਨਾਂ ਨੂੰ ਕਾਲ ਕਰ ਸਕਦੇ ਹੋ। ਤਲਵਿੰਦਰ ਸਿੰਘ, ਪ੍ਰੀਤਮ ਸਿੰਘ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਹਰਵਿੰਦਰ ਸਿੰਘ ਸਮਰਾ ਜੋ ਬਸੇਟੀ ਤੋਂ, ਸੁੱਚਾ ਸਿੰਘ ਜੀ ਫਰਾਜ਼ਨਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸਤਨਾਮ ਸਿੰਘ ਸ਼ਿਰਗਿਲ ਸਲਮਾ ਤੋਂ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਗੁਰਦੀਪ ਸਿੰਘ ਵਿਰਦੀ ਕਲੋਵਸ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨਾਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਆਪਾਂ ਟਰੂਡੋ ਦੀ ਫੇਰੀ ਦੀ ਗੱਲ ਕਰੀਏ ਕਿ ਜਿੱਦਣ ਦਾ ਉਹਨਾਂ ਨੇ ਆਉਣਾ ਸੀਗਾ, ਬੜਾ ਵਿਵਾਦ ਛਿੜਿਆ ਹੋਇਆ ਸੀ, ਪਰ ਐਸੇ ਵਿਵਾਦ ਹੁਣ ਵੀ ਨਹੀਂ ਮੁੱਕਿਆ ਕਿ ਇੱਕ ਬੰਦੇ ਨੂੰ ਖਾਲਿਸਤਾਨੀ ਡਿਨਰ 'ਤੇ ਸੱਦਣ ਦੇ ਉੱਤੇ ਜਿਹੜਾ ਰੌਲਾ ਗੋਲਾ ਆ, ਵਿਵਾਦ ਛਿੜਿਆ ਹੋਇਆ ਹਜੇ ਵੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਵਿਵਾਦ ਨੇ ਉਹ ਖਹਿੜਾ ਨਹੀਂ ਛੱਡ ਰਹੇ। ਇਹਦੇ ਪਿੱਛੇ ਨਾ ਸਿਰਫ ਜਿਹੜੀ ਇੱਥੋਂ ਦੇ ਮੁਲਕ ਦੀ ਰਾਜਨੀਤੀ ਹੈ ਉਹ ਹੈਗੀ ਆ, ਪਰ ਕੈਨੇਡਾ ਦੀ ਰਾਜਨੀਤੀ ਜਿਹੜੀ ਹੈ ਨਾ ਜੀ, ਉਹਦਾ ਵੀ ਸਾਇਆ ਪਿੱਛੇ ਜਸਟਿਨ ਟਰੂਡੋ ਹੋਰਾਂ ਦੇ ਆ ਰਿਹਾ ਜੀ। ਇਹ ਅਸਲ ਦੇ ਵਿੱਚ ਜਿਹੜੀ ਖਬਰ ਬਣੀ ਆ, ਇਹ ਬਣੀ ਕੈਨੇਡਾ ਤੋਂ ਆ। ਜਿਹੜੇ ਇੱਥੇ ਕੁਛ ਪੱਤਰਕਾਰ ਆਏ ਨੇ, ਉਹਨਾਂ ਦੇ ਥਰੂ ਕਹਿ ਲਓ, ਜਾਂ ਕੁਛ ਜਿਹੜੇ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜਾ ਉਹ ਉਭਾਰਦੇ ਨੇ, ਉਹਨਾਂ ਦੇ ਵੱਲੋਂ ਇਹ ਖਬਰ ਜਿਹੜੀ ਸੀ ਕੈਨੇਡਾ ਤੋਂ ਉਭਾਰੀ ਗਈ। ਤੇ ਇੱਥੇ ਜਿਹੜੀਆਂ ਖਬਰਾਂ ਅਸਲ ਦੇ ਵਿੱਚ ਇੱਥੋਂ ਦਾ ਮੀਡੀਆ ਲੱਭ ਰਿਹਾ ਸੀਗਾ, ਜਿਹੜੀ ਲੱਭ ਨਹੀਂ ਰਹੀ ਸੀ, ਉਹਨੂੰ ਇੱਕ ਕਿਸਮ ਦੇ ਨਾਲ ਤੁਸੀਂ ਕਹਿ ਲਓ ਕਿ ਲੱਭ ਗਈ। ਖਬਰ ਕੀ ਆ ਕਿ ਇੱਕ ਜਿਹੜਾ ਜਸਪਾਲ ਅਟਵਾਲ ਨਾਮ ਦਾ ਵਿਅਕਤੀ, ਜਿਹੜਾ ਕਿ ਇਸ ਵੇਲੇ ਜਿਹੜੀ ਕੈਨੇਡਾ ਅਮਰੀਕਾ ਦੇ ਵਿੱਚ ਪਾਬੰਦੀਸ਼ੁਦਾ ਹੈ ਜੀ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਉਹਦਾ ਜਿਹੜਾ ਮੈਂਬਰ ਸੀਗਾ। ਔਰ ਇਹ ਕੋਈ 80ਵਿਆਂ ਦੇ ਸਮੇਂ ਜੇਕਰ ਦੇਖਿਆ ਜਾਵੇ ਤਾਂ ਉਦੋਂ ਜਿਹੜਾ ਸੀ ਇੱਥੋਂ ਦੇ ਇੱਕ ਮੰਤਰੀ ਸਿੱਧੂ ਸੀਗੇ, ਉਹਦੇ ਉੱਤੇ ਹਮਲਾ ਹੋਇਆ ਸੀਗਾ ਕੈਨੇਡਾ ਦੇ ਵਿੱਚ। ਔਰ ਉਦੋਂ ਜਸਪਾਲ ਅਟਵਾਲ ਨੂੰ ਜਿਹੜੀ ਸਜ਼ਾ ਹੋਈ ਸੀ ਇਸ ਮਾਮਲੇ ਦੇ ਵਿੱਚ। ਉਹ ਜਿਹੜਾ ਮੁੰਬਈ ਦੇ ਵਿੱਚ ਡਿਨਰ ਹੋਇਆ ਇੱਕ ਜਿਹੜਾ ਜਸਟਿਨ ਟਰੂਡੋ ਹੋਰਾਂ ਦਾ, ਉਹਦੇ ਵਿੱਚ ਉਹ ਸ਼ਾਮਲ ਸੀਗਾ। ਉਹਦੀ ਜਸਟਿਨ ਟਰੂਡੋ ਹੋਰਾਂ ਦੀ ਮਿਸਿਸ ਦੇ ਨਾਲ ਪਿਕਚਰ, ਤੇ ਇੱਕ ਜਿਹੜੇ ਸੋਹੀ ਨੇ ਉਹਨਾਂ ਦੇ ਨਾਲ ਉਹਨਾਂ ਦੀ ਪਿਕਚਰ ਜਿਹੜੀ ਜੀ ਉਹ ਸਾਹਮਣੇ ਆਈ। ਉਸ ਪਿਕਚਰ ਦੇ ਵਾਇਰਲ ਹੋਣ ਤੋਂ ਬਾਅਦ ਸਵਾਲ ਜਿਹੜਾ ਜੀ ਇਹ ਉੱਠ ਪਿਆ ਕਿ ਜਸਪਾਲ ਅਟਵਾਲ ਜਿਹਦਾ ਪਿਛੋਕੜ ਜਿਹੜਾ ਜੀ ਇਹ ਹਮਲਾਵਰ ਦਾ ਹੈ, ਉਹ ਕਿਵੇਂ ਇਸ ਡਿਨਰ ਦੇ ਵਿੱਚ ਸ਼ਾਮਲ ਹੋ ਗਿਆ। ਜਿਹੜਾ ਰਾਤੀ ਡਿਨਰ ਸੀਗਾ ਦਿੱਲੀ ਦੇ ਵਿੱਚ ਰੱਖਿਆ ਗਿਆ, ਉਹਦੇ ਵਿੱਚ ਵੀ ਉਹਨੂੰ ਇਨਵੀਟੇਸ਼ਨ ਜਿਹੜਾ ਜੀ ਉਹ ਦਿੱਤਾ ਗਿਆ ਸੀ। ਜਦੋਂ ਇਹ ਖਬਰਾਂ ਸਾਹਮਣੇ ਆਈਆਂ ਤਾਂ ਜਸਟਿਨ ਟਰੂਡੋ ਹੋਰਾਂ ਦਾ ਇਹਦੇ ਉੱਤੇ ਪ੍ਰਤੀਕਰਮ ਆਇਆ ਕਿ ਉਹਨੂੰ ਨਹੀਂ ਸੀ ਸ਼ਾਮਲ ਕੀਤਾ ਜਾਣਾ ਚਾਹੀਦਾ। ਹਾਲਾਂਕਿ ਇੱਕ ਹੋਰ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹਨੇ ਇਹ ਕਹਿਤਾ ਜੀ ਕਿ ਉਹਦੀ ਵਜ੍ਹਾ ਕਰਕੇ ਇਹ ਆਇਆ, ਉਹਨੇ ਮੁਆਫੀ ਵੀ ਮੰਗ ਲਈ ਇਹਦੇ ਉੱਤੇ। ਪਰ ਜਿਹੜਾ ਰਾਤੀ ਡਿਨਰ ਸੀਗਾ ਜੀ, ਉਹਦੇ ਵਾਸਤੇ ਦਿੱਤਾ ਗਿਆ ਜਸਪਾਲ ਅਟਵਾਲ ਨੂੰ ਸੱਦਾ ਪੱਤਰ ਜਿਹੜਾ ਸੀਗਾ ਉਹ ਰੱਦ ਕਰ ਦਿੱਤਾ ਗਿਆ ਜੀ। ਇਹਦੇ ਵਿੱਚ ਜਸਟਿਨ ਟਰੂਡੋ ਹੋਰਾਂ ਦੇ ਜਿਹੜੇ ਕੈਨੇਡਾ ਦੇ ਵਿੱਚ ਵਿਰੋਧੀ ਨੇ, ਉਹਨਾਂ ਨੇ ਵੀ ਉਹਨਾਂ ਨੂੰ ਜਿਹੜਾ ਜੀ ਉਹ ਘੇਰਨਾ ਸ਼ੁਰੂ ਕੀਤਾ। ਤੇ ਇੱਥੇ ਤਾਂ ਜਿਹੜੀਆਂ ਖਬਰਾਂ ਸੀਗੀਆਂ, ਜਿਹੜਾ ਮੀਡੀਆ ਪਹਿਲਾਂ ਖਬਰਾਂ ਲਾ ਹੀ ਨਹੀਂ ਸੀ ਰਿਹਾ ਵੀ ਕਿਸੇ ਮੁਲਕ ਦਾ ਕੋਈ ਪ੍ਰਾਈਮ ਮਿਨਿਸਟਰ ਵੀ ਇੱਥੇ ਆਇਆ ਹੋਇਆ, ਉਹਨੇ ਫਿਰ ਜਿਹੜੀਆਂ ਦੀ ਇਹ ਖਬਰਾਂ ਵਾਹਵਾ ਜਿਹੜੀਆਂ ਉਹ ਚੁੱਕੀਆਂ। ਅੱਜ ਵੈਸੇ ਆਫੀਸ਼ੀਅਲੀ ਤੌਰ ਦੇ ਉੱਤੇ ਜਸਟਿਨ ਟਰੂਡੋ ਹੋਰਾਂ ਦੀ ਜਿਹੜੀ ਹੈ ਜੀ ਉਹ ਫੇਰੀ ਸਟਾਰਟ ਹੋਊਗੀ। ਉਸ ਤੋਂ ਕੁਝ ਸਮਾਂ ਬਾਅਦ ਉਹ ਰਾਸ਼ਟਰਪਤੀ ਭਵਨ ਜਾਣਗੇ। ਉਸ ਤੋਂ ਬਾਅਦ ਉਹਨਾਂ ਦੀ ਪ੍ਰਧਾਨ ਮੰਤਰੀ ਦੇ ਨਾਲ ਮੀਟਿੰਗ ਜਿਹੜੀਆਂ ਹੈ ਨੇ, ਅੱਜ ਸਾਰਾ ਦਿਨ ਜਿਹੜਾ ਜੀ ਉਹ ਆਫੀਸ਼ੀਅਲ ਮੀਟਿੰਗ ਦੇ ਵਿੱਚ ਉਹਨਾਂ ਦਾ ਲੰਘੂਗਾ। ਸੋ ਜਿਹੜੀਆਂ ਉਹਨਾਂ ਦੇ ਆਉਣ ਦੇ ਨਾਲ ਖਬਰਾਂ ਕੁਝ ਪੋਜ਼ਿਟਿਵ ਪੰਜਾਬ ਦੇ ਵਿੱਚ ਖਾਸ ਤੌਰ ਉੱਤੇ ਬਣਨੀਆਂ ਸ਼ੁਰੂ ਹੋਈਆਂ ਸੀ, ਉਹਨਾਂ ਨੇ ਨੈਗੇਟਿਵ ਰੂਪ ਜਿਹੜਾ ਜੀ ਉਹ ਧਾਰ ਲਿਆ ਜਸਪਾਲ ਅਟਵਾਲ ਦੀ ਜਿਹੜਾ ਜੀ ਉਹ ਵਜ੍ਹਾ ਕਰਕੇ। ਤੇ ਜਦੋਂ ਕੁਛ ਜਿਹੜੇ ਜੀ ਆਪਦੇ ਵੀ ਨਾਲ ਸ਼ਾਮਲ ਹੋਣ ਤੇ ਉਦੋਂ ਫਿਰ ਇੱਕ ਲਫ਼ਜ਼ ਜਦੋਂ ਉੱਭਰਦਾ ਨਾ ਜੀ, ਉਹ ਕਿਤੇ ਨਾ ਕਿਤੇ ਪੀੜ ਦਾ ਅਹਿਸਾਸ ਤਾਂ ਕਰਾਉਂਦਾ, ਜਦੋਂ ਇਹ ਲਿਖ ਦਿੱਤਾ ਜਾਂਦਾ ਜੀ ਕਿ ਸਿੱਖ ਅੱਤਵਾਦ ਜਿਹੜੇ ਸੀ ਜਾਂ ਸਿੱਖ ਅੱਤਵਾਦੀ ਜਿਹੜੇ ਸੀ, ਉਹਨਾਂ ਦਾ ਇਹ ਪਾਰਟ ਰਿਹਾ ਜੀ। ਇਹ ਚੀਜ਼ਾਂ ਜਿਹੜੀਆਂ ਨੇ, ਜੇ ਕੋਈ ਹੋਰ ਕਹੇ ਤਾਂ
ਇੰਨਾ ਜ਼ਰੂਰ ਹੈ ਜੀ ਉਹਨੂੰ ਰੋਕਿਆ ਜਾ ਸਕਦਾ। ਜਦੋਂ ਆਪਦੇ ਹੀ ਵਿੱਚ ਨਾਲ ਸ਼ਾਮਲ ਹੋਣ ਤੇ ਫਿਰ ਕਿਹਨੂੰ ਕਿਹਾ ਜਾ ਸਕਦਾ। ਬਿਲਕੁਲ ਜੀ ਬਿਲਕੁਲ। ਉਹਨਾਂ ਦੇ ਵਿੱਚ ਰੂਹ ਗਾਂਧੀ ਦੀ ਆ ਨਾ। ਗਾਂਧੀ ਵੀ ਭਗਤ ਸਿੰਘ ਹੋਰਾਂ ਨੂੰ ਅੱਤਵਾਦੀ ਹੀ ਕਹਿੰਦਾ ਸੀ। ਗੁਰੂ ਗੋਬਿੰਦ ਸਿੰਘ ਨੂੰ ਇਹਨਾਂ ਨੇ ਅੱਤਵਾਦੀ ਕਿਤੇ ਨਾ ਕਿਤੇ ਲਿਖਿਆ ਹੋਇਆ ਆ। ਸੋ ਇਹਨਾਂ ਦੀ ਜਿਹੜੀ ਮਾਨਸਿਕ ਹਾਲਤ ਹੈ ਇਸੇ ਤਰ੍ਹਾਂ ਦੀ, ਹਰ ਕੋਈ ਇਹਨਾਂ ਨੂੰ ਅੱਤਵਾਦੀ ਦਿਸਦਾ ਹੈ। ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜੇ ਗੱਲ ਕਰੀਏ ਤਾਂ ਨੀਰਵ ਮੋਦੀ ਦੀ 100 ਕਰੋੜ ਦੀ ਜਾਇਦਾਦ ਜ਼ਬਤ। ਬਿਲਕੁਲ ਜੀ, ਜੇ ਇਹਨਾਂ ਦਿਨਾਂ ਦੇ ਵਿੱਚ ਮੋਦੀ ਦਾ ਜ਼ਿਕਰ ਨਾ ਹੋਵੇ, ਨੀਰਵ ਮੋਦੀ ਦਾ, ਤੇ ਫਿਰ ਖਬਰਾਂ ਜਿਹੜੀਆਂ ਜੀ ਉਹ ਖਬਰਾਂ ਨਹੀਂ ਰਹਿੰਦੀਆਂ। ਹਾਲਾਂਕਿ ਜਿਸ ਕਿਸਮ ਦੇ ਨਾਲ ਜੋ ਇਹ ਕਹਿ ਰਹੀ ਹੈ ਸਰਕਾਰ ਕਿ ਉਹਦਾ ਪਤਾ ਨਹੀਂ ਗਾ ਵੀ ਉਹ ਕਿੱਥੇ ਚਲੇ ਗਿਆ, ਅਸਲ ਦੇ ਵਿੱਚ ਉਹ ਇੱਕ ਉਸ ਕੰਟਰੀ 'ਚ ਬੈਠਾ ਜਾ ਕੇ ਜਿਹਦੀ ਜਿਹੜੀ ਹੈ ਨਾ ਜੀ ਟਰੀਟੀ ਭਾਰਤ ਦੇ ਨਾਲ ਹੈ ਨਹੀਂ ਗੀ, ਐਕਸਟ੍ਰੈਡੀਸ਼ਨ ਟਰੀਟੀ ਜਿਹੜੀ ਆ ਜੀ ਹਵਾਲਗੀ ਸੰਧੀ, ਉਹ ਨਹੀਂ ਆ ਉਸ ਮੁਲਕ ਦੇ ਨਾਲ। ਉੱਥੇ ਹੈ ਉਹ ਜਿਹੜੀਆਂ ਖਬਰਾਂ ਦੇ ਮੁਤਾਬਕ ਉਹਨੂੰ ਲਿਆ ਸਕਣਾ ਬਹੁਤ ਔਖਾ। ਵੈਸੇ ਜੇ ਟਰੀਟੀ ਹੁੰਦੀ ਵੀ ਤੇ ਫਿਰ ਵਿਜੇ ਮਾਲਿਆ ਕਿਹੜਾ ਆ ਗਿਆ ਜੀ ਇੰਗਲੈਂਡ ਦੇ ਨਾਲ। ਭਾਰਤ ਦੀ ਟਰੀਟੀ ਜਿਹੜੀ ਉਹ ਹੈਗੀ ਆ ਐਕਸਟ੍ਰੈਡੀਸ਼ਨ ਟਰੀਟੀ ਜਿਹੜੀ ਹਵਾਲਗੀ ਸੰਧੀ। ਉਧਰ ਅੱਖਾਂ ਪੂੰਝਣ ਦੇ ਵਾਸਤੇ ਸਭ ਕੰਮ ਜਿਹੜਾ ਜੀ ਉਹ ਜਾਰੀ ਆ। ਔਰ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਆ ਉਹਨੇ ਕਿਹਾ ਕਿ 14,000 ਕਰੋੜ ਰੁਪਈਏ ਦੇ ਪੰਜਾਬ ਨੈਸ਼ਨਲ ਬੈਂਕ ਕਾਂਡ ਦੇ ਵਿੱਚ ਜਿਹੜੀ ਬਲੈਕ ਮਨੀ ਹੈ ਉਹਨੂੰ ਵਾਈਟ ਕਰਨ ਦੇ ਕੇਸ ਦੇ ਵਿੱਚ ਨੀਰਵ ਮੋਦੀ, ਮੇਹੁਲ ਚੌਕਸੀ ਦੇ ਸ਼ੇਅਰ, ਉਹਦੇ ਜਮ੍ਹਾਂ ਪੈਸੇ, ਲਗਜ਼ਰੀ ਕਾਰਾਂ ਜ਼ਬਤ ਕੀਤੀਆਂ ਗਈਆਂ ਜਿਹੜੀਆਂ 100 ਕਰੋੜ ਰੁਪਈਏ ਦੇ ਕਰੀਬ ਬਣਦੀਆਂ। ਇਹਨਾਂ ਦੀ ਕੀਮਤ ਜਿਹੜੀ ਆ ਅਧਿਕਾਰੀਆਂ ਦੇ ਆ ਕਿ ਨੀਰਵ ਮੋਦੀ ਦੇ ਤਕਰੀਬਨ 87 ਕਰੋੜ ਰੁਪਈਏ ਤੇ ਚੌਕਸੀ ਤੇ ਉਹਦੇ ਗਰੁੱਪ ਦੇ ਕੋਈ 8 ਕਰੋੜ ਰੁਪਈਏ ਦੇ ਮਿਊਚੁਅਲ ਫੰਡ ਤੇ ਸ਼ੇਅਰ ਜਿਹੜੇ ਆ ਉਹ ਜ਼ਬਤ ਕੀਤੇ ਗਏ ਆ। ਔਰ 4 ਕਾਰਾਂ ਦੀ ਕੀਮਤ ਵੀ ਜਿਹੜੀ ਆ ਜੀ ਉਹ ਕੁਝ ਕਰੋੜ ਰੁਪਏ ਜਿਹੜਾ ਉਹ ਬਣਦੀ ਆ। ਏਜੰਸੀ ਦੇ ਜਿਹੜੇ ਸੂਤਰ ਨੇ ਉਹ ਕਹਿੰਦੇ ਨੇ ਕਿ ਹੁਣ ਤੱਕ ਫਰਾਡ ਨਾਲ ਸੰਬੰਧਿਤ ਜ਼ਬਤ ਜਿਹੜਾ ਇਹਦਾ ਸਮਾਨ ਹੈ, ਪੈਸਾ ਤੇ ਲਾਇਆ, ਪ੍ਰਾਪਰਟੀਜ਼ ਆ, ਉਹਦੀ ਕੀਮਤ ਕੋਈ 5826 ਕਰੋੜ ਰੁਪਈਏ ਜਿਹੜੀ ਆ ਜੀ ਉਹ ਮੰਨੀ ਜਾ ਰਹੀ ਆ। ਈਡੀ ਨੇ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇ ਮਾਰ ਕੇ ਮੋਦੀ ਦੀਆਂ 9 ਸ਼ਾਨਦਾਰ ਕਾਰਾਂ ਜਿਹੜੀਆਂ ਜੀ ਉਹ ਜ਼ਬਤ ਕੀਤੀਆਂ ਨੇ, ਜਿਹਦੇ ਵਿੱਚ ਰੋਲਸ ਰॉयस, ਹੋਸਟ, ਮਰਸੀਡੀਜ਼ ਬੈਂਜ਼, ਪੋਰਸ਼ ਔਰ ਹੋਂਡਾ ਦੇ 3 ਮਾਡਲ ਔਰ ਟੋਇਟਾ ਫੋਰਚੂਨਰ ਤੇ ਇਨੋਵਾ ਗੱਡੀਆਂ ਜਿਹੜੀਆਂ ਜੀ ਉਹ ਸ਼ਾਮਲ ਦੱਸੀਆਂ ਗਈਆਂ ਨੇ। ਔਰ ਜਿਹੜਾ ਇਹ ਮੋਦੀ ਆ ਜੀ ਇਹ ਵੀ ਦੱਸਿਆ ਗਿਆ ਕਿ ਉਹਦੇ ਜਿਹੜਾ ਈਮੇਲ ਆ ਉਹਦੇ ਉੱਤੇ ਕਾਰਨ ਦੱਸੋ ਨੋਟਿਸ ਭਿਜਵਾਇਆ ਗਿਆ ਕਿ ਕਿਉਂ ਨਾ ਉਹਦਾ ਪਾਸਪੋਰਟ ਜਿਹੜਾ ਜੀ ਉਹ ਰੱਦ ਕਰ ਦਿੱਤਾ ਜਾਵੇ, ਜਿਹੜਾ ਕਿ ਟੈਂਪਰੇਰੀ ਰੱਦ ਜਿਹੜਾ ਕੀਤਾ ਗਿਆ ਸੀਗਾ। ਮੈਂ ਤੁਹਾਨੂੰ ਦੱਸਿਆ ਕਿ ਉਹ ਬੈਠਾ ਉਸ ਮੁਲਕ ਦੇ ਵਿੱਚ ਜਾ ਕੇ ਆ ਜਿਹਦੀ ਟਰੀਟੀ ਜਿਹੜੀ ਉਹ ਸਾਈਨ ਨਹੀਂ ਹੈਗੀ। ਪਰ ਦੇਖਦੇ ਹਾਂ ਜੀ ਕਿ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਪ੍ਰਾਪਰਟੀ ਇਹਦੀ ਜ਼ਬਤ ਕੀਤੀ ਗਈ ਆ, ਜੇ ਉਹ ਪ੍ਰਾਪਰਟੀ ਜਿਹੜੀ ਆ ਜੀ ਇਹਦੇ ਲੋਨ ਦੇ ਵਾਸਤੇ ਗਹਿਣੇ ਹੋਈ ਫਿਰ ਤਾਂ 5-6 ਮਹੀਨਿਆਂ ਦੇ ਵਿੱਚ ਇਹ ਨਿਲਾਮ ਹੋ ਸਕਦੀ ਹੈ। ਪਰ ਉਹ ਗਹਿਣੇ ਕਿਉਂ ਕਰੂਗਾ? ਕਿਉਂਕਿ ਜਿਸ ਕਿਸਮ ਦੀ ਇਹ ਠੱਗੀ ਮਾਰੀ ਗਈ ਆ ਉਹ ਬੜੀ ਇੱਕ ਨਵੇਕਲੇ ਤਰੀਕੇ ਦੇ ਨਾਲ LOU ਜਿਹੜੀ ਲੈਟਰ ਆਫ ਅੰਡਰਸਟੈਂਡਿੰਗ ਜਿਹੜਾ ਉਹਦੇ ਰਾਹੀਂ ਮਾਰੀ ਗਈ ਆ, ਬਾਹਰਲੇ ਬੈਂਕਾਂ 'ਚ ਮਾਰੀ ਗਿਆ। ਉਹ ਆਪਣੀ ਜਿਹੜੀ ਪ੍ਰਾਪਰਟੀ ਹੈ ਕਿਉਂ ਇਹਦੇ ਅਗੇਂਸਟ ਗਹਿਣੇ ਧਰੂਗਾ? ਜੇ ਇਹ ਗਹਿਣੇ ਨਹੀਂ ਧਰੀ ਹੋਈ ਤਾਂ ਫਿਰ ਇਹਦਾ ਜਿਹੜਾ ਜੀ ਪੁਆਇੰਟ ਇਹ ਆ ਕਿ ਇਹ ਘੱਟੋ ਘੱਟ 5 ਤੋਂ 7 ਸਾਲ ਦਾ ਲੰਬਾ ਪ੍ਰੋਸੈਸ ਹੋਊਗਾ ਇਹਨੂੰ ਜੇਕਰ ਜਿਹੜਾ ਨਿਲਾਮ ਕਰਨਾ ਪਿਆ। ਬਿਲਕੁਲ, ਜਿਹੜਾ ਪਾਸਪੋਰਟ ਹੀ ਉਹਦਾ ਉਹਨੇ ਕੈਂਸਲ ਕਰ ਦੇਣਾ ਤਾਂ ਆ ਹੀ ਨਹੀਂ ਸਕਣਾ ਜੀ। ਅੱਗੇ ਆਪਾਂ ਨੀਤੀ ਘਾੜਿਆਂ ਦੀ ਜੇ ਗੱਲ ਕਰੀਏ ਕਿ ਉਹ ਆਏ ਸੀਗੇ ਨੀਤੀ ਆਯੋਗ ਵਾਲੇ ਤੇ ਨਸੀਹਤਾਂ ਦੇ ਕੇ ਤੁਰਦੇ ਬਣੇ। ਬਿਲਕੁਲ ਜੀ, ਪੰਜਾਬ ਸਰਕਾਰ ਨੂੰ ਬਹੁਤ ਵੱਡੀ ਜਿਹੜੀ ਜੀ ਉਹ ਆਸ ਸੀਗੀ ਕਿ ਨੀਤੀ ਆਯੋਗ ਜਿਹੜਾ ਜੀ ਉਹ ਆਊਗਾ ਔਰ ਉਹਨਾਂ ਦੇ ਸਾਹਮਣੇ ਜਿਹੜਾ ਉਹ ਆਪਣਾ ਮਸਲਾ ਰੱਖਣਗੇ। ਖਾਸ ਤੌਰ ਦੇ ਉੱਤੇ ਜਿਹੜਾ ਮੁੱਖ ਮੰਤਰੀ ਨੇ ਜੀ ਉਹਨਾਂ ਨੇ ਇਹ ਕਿਹਾ ਸੀਗਾ ਜਿਹੜੀਆਂ ਸੈਂਟਰ ਫੰਡਡ ਨੇ ਉਹਦੇ ਵਿੱਚ 90-10 ਦੀ ਹਿੱਸੇਦਾਰੀ ਦੀ ਬਹਾਲੀ ਦੇ ਵਾਸਤੇ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਜਿਹੜਾ ਉਹ ਦਿੱਤਾ ਜਾਵੇ। ਭਾਵ ਕਿ 90% ਇਹ ਜਿਹੜੇ ਸੈਂਟਰਲ ਪ੍ਰੋਜੈਕਟ ਨੇ ਇਹਦੇ ਵਿੱਚ ਸੈਂਟਰ ਦੀ ਸਰਕਾਰ ਹਿੱਸਾ ਪਾਵੇ ਤੇ 10 ਪੈਸੇ ਜਿਹੜਾ ਜੀ ਉਹ ਪੰਜਾਬ ਦਾ ਹਿੱਸਾ ਹੋਵੇ। ਜਦੋਂ ਕਿ ਜਿਹੜੇ ਵੱਖ-ਵੱਖ ਪ੍ਰੋਜੈਕਟ ਨੇ ਜੀ ਉਹਦੇ ਵਿੱਚ ਡਿਫਰੈਂਟ ਹੈਗੇ ਨੇ ਜੀ। ਕਿਤੇ ਕੋਈ 40 ਪੈਸੇ ਪਾਉਣੇ ਪੈਂਦੇ ਆ, ਕਿਸੇ 60 ਪੈਸੇ ਪਾਉਣੇ ਪੈਂਦੇ ਆ, ਕਿਤੇ ਇਦੋਂ ਵੱਧ ਜਿਹੜੇ ਆ ਜੀ ਉਹ ਪਾਉਣੇ ਪੈਂਦੇ ਆ। ਨੀਤੀ ਆਯੋਗ ਦੇ ਉਪ ਚੇਅਰਮੈਨ ਨੇ ਡਾਕਟਰ ਰਾਜੀਵ ਕੁਮਾਰ, ਉਹਨਾਂ ਦੀ ਅਗਵਾਈ ਦੇ ਵਿੱਚ ਟੀਮ ਜਿਹੜੀ ਸੀ ਇੱਥੇ ਆਈ ਪੰਜਾਬ ਸਰਕਾਰ ਦੇ ਨਾਲ, ਉਹਨਾਂ ਨੇ ਮੁਲਾਕਾਤ ਜਿਹੜੀ ਸੀ ਉਹ ਕੀਤੀ। ਵਿੱਤ ਮੰਤਰੀ ਵੀ ਇਹਦੇ ਵਿੱਚ ਸ਼ਾਮਲ ਸਨ। ਉਹਨਾਂ ਨੇ ਕਣਕ ਤੇ ਝੋਨੇ ਨੂੰ ਸੰਭਾਲਣ ਦੇ ਉੱਤੇ 1800 ਕਰੋੜ ਰੁਪਈਏ ਜਿਹੜੇ ਆ ਜੀ ਉਹ ਖਰਚ ਹੁੰਦੇ ਆ। ਇਹਦੀ ਦਲੀਲ ਦੇ ਜਵਾਬ ਦੇ ਵਿੱਚ ਨੀਤੀ ਆਯੋਗ ਦੇ ਮੈਂਬਰਾਂ ਨੇ ਇਹ ਕਿਹਾ ਜੀ ਕਿ ਪਿਛਲੇ 20 ਸਾਲਾਂ ਤੋਂ ਝੋਨੇ ਕਣਕ ਦਾ ਫਸਲੀ ਚੱਕਰ ਤਬਦੀਲ ਕਰਨ ਦੀ ਪੰਜਾਬ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹੀਦੀ ਸੀ, ਕਿਉਂ ਨਹੀਂ ਕੀਤੀ?
ਔਰ ਕਿਸੇ ਨੇ ਇਹ ਫਸਲਾਂ ਬੀਜਣ ਲਈ ਨਹੀਂ ਕਿਹਾ ਸੀਗਾ। ਇਹੋ ਜਿਹਾ ਕੁਝ ਨੀਤੀ ਆਯੋਗ ਨੇ ਜਿਹੜਾ ਜੀ ਉਹ ਕਹਿਤਾ। ਔਰ ਪੰਜਾਬ ਦੇ ਅਧਿਕਾਰੀਆਂ ਦੀਆਂ ਲੰਬੀਆਂ ਪੇਸ਼ਕਾਰੀਆਂ ਕਰਕੇ ਨੀਤੀ ਆਯੋਗ ਦੀ ਟੀਮ ਜਿਹੜੀ ਸੀ ਉਹ 10 ਮਿੰਟਾਂ ਦੇ ਵਿੱਚ ਆਪਣੀ ਗੱਲ ਜਿਹੜੀ ਉਹ ਕਹਿ ਕੇ ਤੁਰਦੀ ਬਣੀ। ਉਹਨਾਂ ਪੰਜਾਬ ਸਰਕਾਰ ਨੂੰ ਠੋਸ ਪ੍ਰੋਜੈਕਟ ਬਣਾ ਕੇ ਬਾਅਦ ਦੇ ਵਿੱਚ ਗੱਲ ਕਰਨ ਤੇ 3 ਮਹੀਨੇ ਇਹਨਾਂ ਪ੍ਰੋਜੈਕਟਾਂ ਦੀ ਪੜਚੋਲ ਕਰਨ ਦੀ ਪੇਸ਼ਕਸ਼ ਵੀ ਜਿਹੜੀ ਸੀ ਉਹ ਕੀਤੀ। ਔਰ ਇਹ ਵੀ ਕਿਹਾ ਗਿਆ ਜੀ ਕਿ ਸਮੇਂ ਦੀ ਘਾਟ ਹੈ, ਇਸ ਕਰਕੇ ਜਿਹੜਾ ਜੀ ਲੰਬੀ ਗੱਲਬਾਤ ਜਿਹੜੀ ਉਹ ਸੁਣ ਨਹੀਂ ਉਹਨਾਂ ਦੀ ਸਕਦੇ। ਸੋ ਇੱਕ ਜਿਹੜੀ ਜੀ ਆਸ ਸੀਗੀ ਸਰਕਾਰ ਨੂੰ ਕਿ ਨੀਤੀ ਆਯੋਗ ਆਊਗਾ, ਉਹਦੇ ਤੋਂ ਅਸੀਂ ਪਤਾ ਨਹੀਂ ਕਿਹੋ ਜਿਹਾ ਕੁਛ ਜਿਹੜਾ ਜੀ ਉਹ ਲੈ ਲਾਂਗੇ। ਉਹਨਾਂ ਨੇ ਆਪਣਾ ਪੱਲਾ ਜਿਹੜਾ ਸੀਗਾ ਜੀ ਉਹ ਝਾੜ ਕੇ ਤੁਰਦੇ ਬਣੇ ਔਰ ਪੰਜਾਬ ਵਾਲੇ ਜਿਹੜੇ ਸੀ ਉਹ ਵੇਖਦੇ ਰਹਿ ਗਏ। ਖਾਸ ਤੌਰ ਤੇ ਉਹਨਾਂ ਦੀ ਇਹ ਗੱਲ ਸੁਣ ਕੇ ਕਿ ਤੁਹਾਨੂੰ ਕਿਹਨੇ ਕਿਹਾ ਸੀਗਾ ਕਣਕ ਤੇ ਝੋਨਾ ਜਿਹੜਾ ਜੀ ਉਹ ਲਾਓ, ਉਹ ਕਹਿੰਦੇ ਅਸੀਂ ਤਾਂ 20 ਸਾਲਾਂ ਤੋਂ ਰੌਲਾ ਪਾ ਰਹੇ ਹਾਂ ਕਿ ਇਹਨਾਂ ਫਸਲਾਂ ਨੂੰ ਬਦਲੋ। ਤੇ ਫਿਰ ਕੀ ਆਲੂ ਖਾਣਗੇ ਲੋਕ? ਬਾਕੀ ਦੇਖੋ ਉਹਨਾਂ ਕੋਲ ਟਾਈਮ ਨਹੀਂ, ਜੋਬ ਕਦੀ ਕਰਦੇ ਆ, ਪੈਸੇ ਕਾਹਦੇ ਲੈਂਦੇ ਜੀ, ਉਹਨਾਂ ਕੋਲ ਟਾਈਮ ਹੀ ਨਹੀਂ ਗੱਲ ਕਰਨ ਲਈ। ਅੱਗੇ ਰੋਟੋਮੈਕ ਘੁਟਾਲਾ ਹੋਇਆ ਸੀਗਾ ਤੇ ਉਸ ਦੇ ਵਿੱਚ ਪਿਓ ਪੁੱਤਰ ਕਾਬੂ। ਬਿਲਕੁਲ ਜੀ, ਇਹਦੇ ਲਈ ਐਡ ਜਦੋਂ ਚੱਲਦੀ ਹੁੰਦੀ ਸੀਗੀ ਕਿ ਲਿਖਤੇ ਲਿਖਤੇ ਲਵ ਹੋ ਜਾਏ, ਤਾਂ ਉਹ ਲਿਖਦੇ ਲਿਖਦੇ ਘੁਟਾਲਾ ਕਰਕੇ ਜਿਹੜਾ ਜੀ ਉਹ ਤੁਰਦੇ ਬਣੇ। ਪਹਿਲਾਂ ਜਦੋਂ ਸ਼ੁਰੂਆਤ ਦੇ ਕਿਉਂਕਿ ਐਕਚੁਅਲੀ ਮੋਦੀ ਵਾਲਾ ਘੁਟਾਲਾ ਵੱਡਾ ਆ, ਨੀਰਵ ਮੋਦੀ ਵਾਲਾ, ਉਹਦੇ ਸਾਹਮਣੇ ਇਹ ਘੁਟਾਲਾ ਛੋਟਾ ਜਿਹਾ ਆਪਦਾ, ਪਰ ਛੋਟਾ ਨਹੀਂ। ਪਹਿਲਾਂ ਕਿਹਾ ਗਿਆ ਸੀਗਾ ਕਿ 800 ਕਰੋੜ ਰੁਪਈਆ ਦਾ ਜਿਹੜਾ ਜੀ ਰਗੜਾ ਇਹਨੇ ਲਾਇਆ, ਪਰ ਬਾਅਦ ਦੇ ਵਿੱਚ ਜਿਹੜਾ ਜੀ ਇਹ ਪਤਾ ਲੱਗਾ 800 ਕਰੋੜ ਨਹੀਂ, ਇਹ ਕਿਤੇ ਜ਼ਿਆਦਾ ਹੈ। ਪਰ ਇਹਦਾ ਮਾਲਕ ਜਿਹੜਾ ਵਿਕਰਮ ਕੋਠਾਰੀ ਤੇ ਉਹਦਾ ਪੁੱਤਰ ਰਾਹੁਲ ਕੋਠਾਰੀ, ਉਹਨੂੰ ਅਰੈਸਟ ਹੁਣ ਕਰ ਲਿਆ ਗਿਆ ਜੀ। ਇਹਨਾਂ ਦੇ ਖਿਲਾਫ ਕੋਈ 3700 ਕਰੋੜ ਰੁਪਏ ਦੇ ਕਰਜ਼ੇ ਨਾ ਮੋੜਨ ਦੇ ਦੋਸ਼ ਹੈ। ਅਧਿਕਾਰੀ ਕਹਿੰਦੇ ਆ ਜੀ ਕਿ ਵਿਕਰਮ ਕੋਠਾਰੀ ਨੂੰ ਪੁੱਛਗਿੱਛ ਦੇ ਵਾਸਤੇ CBI ਦੇ ਹੈੱਡਕੁਆਟਰ ਸੱਦਿਆ ਗਿਆ ਸੀਗਾ। ਰਾਹੁਲ ਨੂੰ ਇਸ ਜਾਂਚ ਦੇ ਵਿੱਚ ਸਹਿਯੋਗ ਨਾ ਦੇਣ ਕਰਕੇ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। CBI ਨੇ ਬੈਂਕ ਆਫ ਬੜੌਦਾ ਦੇ ਵੱਡੇ ਪ੍ਰੋਜੈਕਟਾਂ ਨੂੰ ਕਰਜ਼ੇ ਦੇਣ ਵਾਲੇ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਕੰਸੋਰਟੀਅਮ ਜਿਹੜਾ ਹੈ ਜੀ ਇਹਦਾ ਭਿਆਲ ਆ, ਹੋਰ ਇਹਦੀ ਸ਼ਿਕਾਇਤ ਦੇ ਉੱਤੇ ਇਹ ਕਾਰਵਾਈ ਜਿਹੜੀ ਆ ਉਹ ਸ਼ੁਰੂ ਕੀਤੀ ਆ। ਅਧਿਕਾਰੀਆਂ ਦੇ ਮੁਤਾਬਕ ਰੋਟੋਮੈਕ ਗਰੁੱਪ ਵੱਲ ਬੈਂਕ ਆਫ ਬੜੌਦਾ ਜਿਹੜਾ ਹੈਗਾ ਜੀ, ਇਹਦੇ ਇੰਡੀਆ ਦੇ ਕੋਈ 754 ਕਰੋੜ ਤੇ 77 ਲੱਖ ਰੁਪਏ, ਬੈਂਕ ਆਫ ਬੜੌਦਾ ਦੇ 457 ਕਰੋੜ ਰੁਪਏ, ਓਵਰਸੀਜ਼ ਬੈਂਕ ਆਫ ਇੰਡੀਆ ਦੇ 771 ਕਰੋੜ ਰੁਪਏ, यूनियन बैंक ऑफ इंडिया ਦੇ ਕੁਝ 459 ਕਰੋੜ ਰੁਪਏ ਔਰ ਇਲਾਹਾਬਾਦ ਬੈਂਕ ਦੇ 330 ਕਰੋੜ ਤੋਂ ਉੱਪਰ ਔਰ ਬੈਂਕ ਆਫ ਮਹਾਰਾਸ਼ਟਰ ਦੇ 50 ਕਰੋੜ, ਓਰੀਐਂਟਲ ਬੈਂਕ ਆਫ ਕਾਮਰਸ ਦੇ 98 ਕਰੋੜ ਰੁਪਏ ਜਿਹੜੇ ਆ ਜੀ ਉਹ ਖੜੇ ਆ। ਔਰ ਬੈਂਕ ਆਫ ਬੜੌਦਾ ਦੇ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਿਕਰਮ ਰਥਾਰੀ, ਉਹਦੀ ਪਤਨੀ, ਉਹਦਾ ਪੁੱਤ ਤੇ ਕੁਝ ਬੈਂਕ ਅਧਿਕਾਰੀ ਜਿਹੜੇ ਜੀ ਉਹ ਸ਼ਾਮਲ ਦੱਸੇ ਜਾਂਦੇ ਆ। ਜਿੰਨੇ ਕੁ ਜਿਹੜੇ ਆ ਜੀ, ਮੇਰਾ ਖਿਆਲ ਆਮ ਮਾਤਰ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇਹਨਾਂ ਦੇ ਨਾਲ ਜ਼ੀਰੋ ਕਿੰਨੀਆਂ ਲੱਗਦੀਆਂ। ਕਿਸੇ ਨੇ ਇੱਕ ਆਪਣੇ ਘਰ ਦੇ ਵਾਸਤੇ ਕੋਈ ਕਰਜ਼ਾ ਲੈਣਾ ਹੋਵੇ 8 ਤੋਂ 10 ਲੱਖ ਰੁਪਏ ਦਾ, ਉਹਦੀਆਂ ਜੁੱਤੀਆਂ ਘਸ ਜਾਂਦੀਆਂ ਬੈਂਕਾਂ ਦੇ ਵਿੱਚ ਜਿਹੜਾ ਜੀ ਇਸ ਕਰਜ਼ੇ ਨੂੰ ਮਨਜ਼ੂਰ ਕਰਾਉਂਦਿਆਂ। ਤੇ ਜੇ ਤੁਹਾਡਾ ਬੈਂਕ ਜ਼ੀਰੋ ਬੈਲੈਂਸ ਦੇ ਉੱਤੇ ਚਲੇ ਗਿਆ ਤੇ ਉਹਦਾ ਮੁੜ ਕੇ ਤੁਹਾਨੂੰ ਕਿੰਨਾ ਖਮਿਆਜ਼ਾ ਜਿਹੜਾ ਜੀ ਉਹ ਭੁਗਤਣਾ ਪੈਂਦਾ, ਕਿੰਨੇ ਪੈਸੇ ਉਹ ਤੁਹਾਡੇ ਜਿਹੜੇ ਆ ਜੀ ਉਹ ਕੱਟ ਲੈਂਦੇ ਆ, ਇਹ ਆਮ ਬੰਦੇ ਨੂੰ ਪਤਾ। ਪਰ ਇਹ ਲੋਕ ਜਿਹੜਾ ਕੋਈ 4000, ਤੁਸੀਂ ਦੇਖੋ 4000 ਕਰੋੜ ਰੁਪਏ ਦੇ ਕਰੀਬ ਦਾ ਘੁਟਾਲਾ ਕਰੀ ਬੈਠੇ ਆ ਤੇ ਬੈਂਕਾਂ ਨੂੰ ਹੁਣ ਜਾ ਕੇ ਜਿਹੜਾ ਜੀ ਉਹ ਚੇਤਾ ਆਇਆ ਕਿ ਇਹ ਵੀ ਘੁਟਾਲਾ ਹੈ। ਉਹ ਵੀ ਚੇਤਾ ਉਦੋਂ ਆਇਆ ਜਦੋਂ ਇੱਕ ਮੋਦੀ ਜਿਹੜਾ ਸੀਗਾ ਜੀ ਉਹ ਬਾਹਰ ਜਾ ਕੇ ਬੈਠ। ਬਿਲਕੁਲ ਜੀ, ਤੁਸੀਂ ਬੈਂਕਾਂ ਦੀ ਗੱਲ ਕੀਤੀ ਆ। ਬੈਂਕਾਂ ਦੇ ਵਿੱਚ ਤਾਂ ਜਦੋਂ ਲੋਕ ਆਪਣਾ ਪੈਸਾ ਵੀ ਲੈਣ ਜਾਂਦੇ ਉਹ ਵੀ ਨਹੀਂ ਦਿੱਤਾ ਜਾਂਦਾ, ਉਹ ਵੀ ਮਿੰਨਤਾਂ ਕਰਾ ਕੇ ਦਿੰਦੇ ਆ। ਤੇ ਅੱਗੇ ਆਪਾਂ ਮੂਰਥਲ ਕਾਂਡ ਦੀ ਗੱਲ ਕਾਫੀ ਟਾਈਮ ਤੋਂ ਕਰਦੇ ਆਏ ਆ। ਬੇਸ਼ੱਕ ਮੂਰਥਲ ਕਾਂਡ ਨੂੰ ਜਸਟੀਫਾਈਡ ਕਰਨ ਲਈ ਕਈ ਮੂਵੀਆਂ ਵੀ ਬਣਾ ਲਈਆਂ ਕਈਆਂ ਨੇ ਕਿ ਉੱਥੇ ਕੁਛ ਨਹੀਂ ਹੋਇਆ ਸੀਗਾ, ਪਰ ਉਹ ਜੋ ਕੁਛ ਵੀ ਹੋਇਆ ਸੀ ਕੋਰਟ ਨੇ ਅਧਿਕਾਰੀਆਂ ਦੀਆਂ ਫੋਨ ਕਾਲਾਂ ਦਾ ਰਿਕਾਰਡ ਮੰਗਿਆ। ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਮੂਰਥਲ ਦੇ ਖੇਤਾਂ ਦੇ ਵਿੱਚ ਜੋ ਕੁਛ ਹੋਇਆ ਜੀ ਜਬਰ ਜਨਾਹ ਕੇਸ, ਇਹਦੇ ਸੰਬੰਧੀ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਉਹ ਸੀਨੀਅਰ ਪੁਲਿਸ ਅਧਿਕਾਰੀਆਂ ਦੀਆਂ ਕਾਲ ਡਿਟੇਲ ਜਿਹੜੀਆਂ ਜੀ ਔਰ ਉਹਨਾਂ ਦੀ ਟਾਵਰ ਲੋਕੇਸ਼ਨ ਦੇ ਸਣੇ ਜਾਣਕਾਰੀ ਮੁਹੱਈਆ ਕਰਾਵੇ। ਇਹ ਜਿਹੜੇ ਅਧਿਕਾਰੀ ਸੀਗੇ ਇਹ ਕਿਹੜੇ ਜਿਹੜਾ ਸੀਗਾ ਜੀ ਜਾਦੂ ਦੇ ਤਰੀਕੇ ਦੇ ਨਾਲ ਸੁਖਦੇਵ ਢਾਬੇ ਦੇ ਉੱਤੇ ਪਹੁੰਚ ਗਏ ਤੇ ਔਰਤਾਂ ਨੂੰ ਦਿੱਲੀ ਦੀ ਸਰਹੱਦ ਤੱਕ ਪਹੁੰਚਾ ਕੇ ਮੋੜ ਆਏ, ਜਿਹੜਾ ਜੀ ਦੱਸਿਆ ਗਿਆ ਸੀਗਾ। ਚੰਡੀਗੜ੍ਹ ਦਿੱਲੀ ਰਾਜਮਾਰਗ ਦੇ ਉੱਤੇ ਪੈਂਦਾ ਸੁਖਦੇਵ ਢਾਬਾ ਜਿਹੜਾ ਜੀ ਉਸ ਟਾਈਮ ਸੁਰਖੀਆਂ ਦੇ ਵਿੱਚ ਆਇਆ ਸੀਗਾ ਜਦੋਂ ਕੁਝ ਔਰਤਾਂ ਨੇ 16 ਦੇ ਵਿੱਚ ਜਾਟ ਅੰਦੋਲਨ ਦੇ ਸਮੇਂ ਹਿੰਸਾ ਦੀਆਂ ਘਟਨਾਵਾਂ ਦੇ ਪਿੱਛੋਂ ਉੱਥੇ ਪਨਾਹ ਲਈ ਸੀ।
ਢਾਬੇ ਦੇ ਮਾਲਕ ਨੇ ਮੀਡੀਆ ਨੂੰ ਜਬਰ ਜਨਾਹ ਬਾਰੇ ਜਾਣਕਾਰੀ ਦਿੱਤੀ ਸੀ, ਪਰ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਮੂਹਰੇ ਉਹ ਮੁੱਕਰ ਗਿਆ ਸੀਗਾ। ਕੈਮਰਿਆਂ ਦੇ ਮੂਹਰੇ ਵੀ ਸੁਖਦੇਵ ਢਾਬੇ ਦਾ ਮਾਲਕ ਇਹ ਕਹਿੰਦਾ ਸੀਗਾ ਇੱਥੇ ਕੁਝ ਨਹੀਂ ਹੋਇਆ, ਜਦੋਂ ਕਿ ਜਿਹੜਾ ਜੀ ਉੱਥੇ ਹੀ ਸਾਰਾ ਕੁਝ ਵਾਪਰਿਆ ਸੀ। ਕਿਉਂਕਿ ਜਦੋਂ ਇਹਨਾਂ ਨੇ ਉੱਥੇ ਪਨਾਹ ਲਈ ਆ ਔਰਤਾਂ ਨੇ, ਤੇ ਜਿਹੜੇ ਜਾਟ ਅੰਦੋਲਨ ਦੇ ਵਿੱਚ ਗੁੰਡਾ ਟਾਈਪ ਦੇ ਲੋਕ ਸੀਗੇ ਇਹਨਾਂ ਦੇ, ਉਹ ਮਗਰ ਇੱਥੇ ਇਸ ਢਾਬੇ ਦੇ ਉੱਤੇ ਪਹੁੰਚ ਗਏ ਸੀਗੇ। ਔਰ ਉੱਥੇ ਜੋ ਕੁਝ ਜਿਹੜਾ ਜੀ ਉਹ ਹੋਇਆ ਉਹ ਸਿਰਫ ਕੁਝ ਚਿੱਠੀਆਂ ਦੇ ਰੂਪ ਦੇ ਵਿੱਚ ਸਾਹਮਣੇ ਜਿਹੜਾ ਆਇਆ ਸੀਗਾ। ਉਹਦੇ ਤੋਂ ਪੀੜਤ ਜਿਹੜੇ ਲੋਕ ਨੇ ਉਹ ਅੱਜ ਵੀ ਤਰ੍ਹਾਂ ਜਿਹੜੇ ਜੀ ਉਸ ਟਾਈਮ ਨੂੰ ਯਾਦ ਕਰਕੇ ਕਰਦੇ ਆ ਜੀ। ਔਰ ਹੁਣ ਜਿਹੜੇ ਇਹ ਜਸਟਿਸ ਅਜੇ ਕੁਮਾਰ ਮਿੱਤਲ ਤੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਦੋਂ ਦੇ IG, SP, DSP, SHO ਤੇ ਡਿਪਟੀ ਕਮਿਸ਼ਨਰ ਦੀਆਂ ਕਾਲਾਂ ਦੇ ਵੇਰਵੇ ਜ਼ਰੂਰ ਮਿਲਿਆ, ਪਰ ਉਹਨਾਂ ਦੀਆਂ ਲੋਕੇਸ਼ਨਾਂ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ। ਸੂਬੇ ਦੀ ਸਰਕਾਰ ਨੂੰ ਇਹ ਕਿਹਾ ਗਿਆ ਕਿ ਉਹ ਸੈਲੂਲਰ ਟਾਵਰ ਲੋਕੇਸ਼ਨਾਂ ਦੇ ਨਾਲ ਕਾਲ ਰਿਕਾਰਡ ਦੇ ਜਿਹੜੇ ਆ ਜੀ ਉਹ ਵੇਰਵੇ ਮੁਹੱਈਆ ਕਰਾਵੇ। ਉਹ ਸਮਾਂ ਸੀਗਾ ਜਾਟ ਅੰਦੋਲਨ ਦੇ ਦੌਰਾਨ, ਜਦੋਂ ਅਰਬਾਂ ਰੁਪਈਏ ਦੀ ਪ੍ਰਾਪਰਟੀ ਜਿਹੜੀ ਹੈ ਜੀ ਉਹ ਫੂਕ ਦਿੱਤੀ ਗਈ ਸੀਗੀ ਹਰਿਆਣੇ ਦੀ। ਔਰ ਹਰਿਆਣੇ ਦੇ ਵਿੱਚ ਇਨਵੈਸਟਮੈਂਟ ਕਰਨ ਤੋਂ ਇੰਡਸਟਰੀ ਜਿਹੜੀ ਹੈ ਜੀ ਉਦੋਂ ਦੀ ਡਰਨ ਲੱਗੀ ਆ। ਵੱਖਰੀ ਗੱਲ ਹੈ, ਇਹਨਾਂ ਜਾਟਾਂ ਦੇ ਉੱਤੇ ਜਿਹੜੇ ਮਾਮਲੇ ਦਰਜ ਕੀਤੇ ਗਏ ਸੀਗੇ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਹੋਰਾਂ ਦੀ ਰੈਲੀ ਨੂੰ ਸਫਲ ਬਣਾਉਣ ਦੇ ਵਾਸਤੇ ਇਹ ਗੰਭੀਰ ਮਾਮਲੇ ਵਾਪਸ ਲੈ ਲਏ ਗਏ ਔਰ ਇੱਕ ਕਿਸਮ ਦੇ ਨਾਲ ਉਹਨਾਂ ਨੂੰ ਸ਼ਹਿ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ। ਔਰ ਜਿਹੜੇ ਢਾਬੇ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ, ਸਾਡੇ ਜਿਹੜੇ ਪ੍ਰਵਾਸੀ ਨੇ ਜੀ ਲਾਈਨਾਂ ਲਾ ਕੇ ਅਜੇ ਵੀ ਉੱਥੇ ਹੀ ਖੜਾਉਂਦੇ ਨੇ ਤੇ ਰੋਟੀ ਖਾਣ ਲਈ ਵੀ ਲੰਮਾ ਇੰਤਜ਼ਾਰ ਕਰਨਾ ਪੈਂਦਾ। ਬਿਲਕੁਲ ਜੀ, ਸਾਡੇ ਵਿੱਚ ਇਹ ਗੱਲ ਨਹੀਂ ਹੈਗੀ ਕਿ ਜਿਹਨੇ ਸਾਡੇ ਨਾਲ ਕੁਝ ਕੀਤਾ ਹੈ ਅਸੀਂ ਮੋੜਵਾਂ ਜਵਾਬ ਦੇਈਏ ਉਸ ਨੂੰ। ਅੱਗੇ ਆਪਾਂ ਚਾਈਨਾ ਦੀ ਗੱਲ ਕਰੀਏ। ਚਾਈਨਾ ਨਾਲੋਂ ਭਾਰਤ ਵਿੱਚ ਜ਼ਿਆਦਾ ਕਰਪਸ਼ਨ ਆ, ਪਰ ਭਾਰਤ ਫਿਰ ਵੀ ਖੁਸ਼ ਆ ਕਿ ਪਾਕਿਸਤਾਨ ਨਾਲੋਂ ਘਟਿਆ। ਬਿਲਕੁਲ ਜੀ, ਇੱਥੇ ਜਿਹੜੀ ਤਸੱਲੀ ਇਸ ਗੱਲ ਦੇ ਉੱਤੇ ਹੋ ਜਾਂਦੀ, ਜੇ ਕਿਤੇ ਸਾਡੀ ਟੀਮ ਪਛੜ ਜਾਵੇ ਵਿਸ਼ਵ ਕੱਪ ਦੇ ਵਿੱਚ ਤੇ ਉਹਨੂੰ ਇੱਥੇ ਪੁੱਛਦੇ ਨੇ ਵੀ ਤੁਸੀਂ ਵੀ ਪਹਿਲੇ ਮੈਚਾਂ 'ਚ ਹੀ ਹਾਰ ਗਏ ਵਿਸ਼ਵ ਕੱਪ 'ਚ, ਉਹ ਕਹਿੰਦੇ ਪਾਕਿਸਤਾਨ ਕਿਹੜਾ ਫਾਈਨਲ 'ਚ ਗਿਆ। ਤੋ ਇਹ ਤਰਕ ਹੁੰਦਾ। ਤੋ ਜਿਹੜਾ ਭਾਰਤ ਹੈ ਉਹ ਆਪਣੀ ਗੁਆਂਢੀ ਮੁਲਕਾਂ ਚਾਈਨਾ ਤੇ ਭੂਟਾਨ ਦੇ ਨਾਲੋਂ ਕਿਤੇ ਵੱਧ ਭ੍ਰਿਸ਼ਟ ਹੈ, ਪਰ ਪਾਕਿਸਤਾਨ ਤੇ ਬੰਗਲਾਦੇਸ਼ ਦੇ ਮੁਕਾਬਲੇ ਉਹਦੀ ਹਾਲਤ ਕਿਤੇ ਵੱਧ ਬਿਹਤਰ ਹੈ। ਭ੍ਰਿਸ਼ਟਾਚਾਰੀ ਦੇ ਬਾਰੇ ਦੇ ਵਿੱਚ ਜਿਹੜੀ ਜੀ ਟਰਾਂਸਪੇਰੈਂਸੀ ਇੰਟਰਨੈਸ਼ਨਲ ਜਿਹੜੀ ਹੈ ਜੀ ਉਹਦੇ ਵੱਲੋਂ 2017 ਦੇ ਇਹਦੇ ਸੰਬੰਧੀ ਇੱਕ ਜਿਹੜੀ ਹੈ ਜੀ ਲਿਸਟ ਜਾਰੀ ਕੀਤੀ ਆ। ਇਹਦੇ ਵਿੱਚ ਭਾਰਤ ਨੂੰ 40 ਅੰਕਾਂ ਦੇ ਨਾਲ 81ਵਾਂ ਥਾਂ ਮਿਲਿਆ ਔਰ ਪਾਕਿਸਤਾਨ ਨੂੰ 117ਵਾਂ, ਉਹਦੇ 32 ਅੰਕ ਹੈ। ਬੰਗਲਾਦੇਸ਼ ਨੂੰ 143ਵਾਂ, ਉਹਦੇ 28 ਅੰਕ ਆ। ਮਿਆਂਮਾਰ ਜਿਹੜਾ ਜੀ ਉਹਨੂੰ 130 ਤੇ ਸ੍ਰੀਲੰਕਾ ਨੂੰ 91ਵਾਂ, ਉਹਦੇ 38 ਜਿਹੜੇ ਜੀ ਉਹ ਅੰਕ ਦੱਸੇ ਗਏ ਆ। ਇਹ ਜਿਹੜੀ ਲਿਸਟ ਸਾਹਮਣੇ ਜਿਹੜੀ ਆ ਜੀ ਉਹ ਆਈ ਆ, ਇਹਦੇ ਵਿੱਚ ਭਾਰਤ ਦੇ ਗੁਆਂਢੀ ਮੁਲਕਾਂ 'ਚ ਭੂਟਾਨ 67 ਅੰਕ ਲੈ ਕੇ 26ਵੇਂ ਨੰਬਰ ਦੇ ਉੱਤੇ ਆ। ਚਾਈਨਾ 41 ਅੰਕ ਹਾਸਲ ਕਰਕੇ 77ਵੇਂ ਥਾਂ ਦੇ ਉੱਤੇ ਆ। ਜਿਹੜੇ ਮੁਲਕ ਨੇ ਜੀ ਇਹਨਾਂ ਦੇ ਵਿੱਚ ਜਿਹੜਾ ਸਾਊਥ ਅਫਰੀਕਾ ਹੈ ਉਹ 71ਵੇਂ ਰੈਂਕ ਦੇ ਨਾਲ ਮੋਹਰੀ ਹੈ ਔਰ ਉਸ ਤੋਂ ਬਾਅਦ ਚਾਈਨਾ ਤੇ ਭਾਰਤ ਦਾ ਨੰਬਰ ਆਉਂਦਾ। ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਬ੍ਰਾਜ਼ੀਲ ਦਾ 96ਵਾਂ ਤੇ ਰਸ਼ੀਆ ਦਾ 135ਵਾਂ ਨੰਬਰ ਹੈ। ਰਿਪੋਰਟ ਆਉਂਦੀ ਹੈ ਜੀ ਕਿ ਏਸ਼ੀਆ ਪ੍ਰਸ਼ਾਂਤ ਖਿੱਤੇ ਦੇ ਵਿੱਚ ਜਨਤਕ ਖੇਤਰ 'ਚ ਭ੍ਰਿਸ਼ਟਾਚਾਰ 'ਚ ਵੱਡਾ ਫਰਕ ਵੇਖਣ ਨੂੰ ਮਿਲਿਆ ਔਰ ਰਿਪੋਰਟ ਦੇ ਮੁਤਾਬਕ ਇਸ ਖਿੱਤੇ ਦੇ ਵਿੱਚ ਭ੍ਰਿਸ਼ਟਾਚਾਰ ਦੀ ਸਮੱਸਿਆ ਤੇਜ਼ੀ ਦੇ ਨਾਲ ਜਿਹੜੀ ਆ ਉਹ ਵੱਧ ਰਹੀ ਆ ਔਰ ਇਹਦੇ ਵਿੱਚ ਤਾਂ ਹੀ ਸੁਧਾਰ ਆ ਸਕਦਾ ਜੇ ਸਿਆਸੀ ਪੱਧਰ ਦੇ ਉੱਤੇ ਇਹਨੂੰ ਕਾਬੂ ਪਾਉਣ ਦੇ ਉਪਰਾਲੇ ਜਿਹੜੇ ਆ ਜੀ ਉਹ ਕੀਤੇ ਜਾਣ। ਨਿਊਜ਼ੀਲੈਂਡ ਤੇ ਡੈਨਮਾਰਕ ਸੂਚੀ ਦੇ ਵਿੱਚ ਮੋਹਰੀ ਨੇ, ਜਦੋਂ ਕਿ ਸੀਰੀਆ, ਦੱਖਣੀ ਸੁਡਾਨ, ਸੋਮਾਲੀਆ 14ਵੇਂ, 12ਵੇਂ ਤੇ 9ਵੇਂ ਅੰਕਾਂ ਦੇ ਨਾਲ ਜਿਹੜਾ ਜੀ ਉਹ ਫਾੜੀ ਰਹੇ ਨੇ। ਵੈਸੇ ਇਹ ਰਿਪੋਰਟ ਜਿਹੜੀ ਹੈ ਜੀ ਨਵੇਂ ਉੱਥੇ ਮੋਦੀ ਤੇ ਜਿਹੜੀ ਆਪਾਂ ਗੱਲ ਕੀਤੀ ਰੋਟੋਮੈਕ ਵਾਲੇ, ਇਹਨਾਂ ਦੇ ਘਟਾਕਿਆਂ ਤੋਂ ਕਿਤੇ ਪਹਿਲਾਂ ਦੀ ਆ। ਜਦੋਂ ਇਹ ਵਿੱਚ ਸ਼ਾਮਲ ਹੋਣਗੇ ਫਿਰ ਹੋ ਸਕਦਾ ਜਿਹੜੇ ਮੁਲਕ ਅਜੇ ਵੀ ਇਸ ਮਾਮਲੇ 'ਚ ਪਹਿਲੇ ਨੰਬਰ ਦੇ ਉੱਤੇ ਉਹਨਾਂ ਨੂੰ ਵੀ ਕੱਟਾਂਗੇ। ਜੀ ਜੀ ਜੀ, ਜ਼ਰੂਰ ਨੰਬਰ 1 ਹੋਵਾਂਗੇ। ਤੇ ਅੱਗੇ ਟਰੂਡੋ ਦੀ ਫੇਰੀ ਦੀ ਫਿਰ ਦੁਬਾਰਾ ਇੱਕ ਵਾਰੀ ਗੱਲ ਕਰਦੇ ਹਾਂ। ਤੇ ਉਸ ਵੇਲੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਬੰਦੇ ਨਹੀਂ ਸੱਦੇ ਗਏ ਸੀਗੇ ਉਹਨਾਂ ਨੂੰ ਥੋੜਾ ਜਿਹਾ ਔਖੇ ਹੋਏ ਆ ਵੀ ਸਾਨੂੰ ਕਿਉਂ ਨਹੀਂ ਸੱਦਿਆ ਗਿਆ। ਬਿਲਕੁਲ ਜੀ, ਇਹ ਰੁੱਸ ਰਸਈਏ ਜਿਹੜੇ ਆ ਜੀ ਉਹ ਜਾਰੀ ਆ। ਇਹ ਰੁੱਸ ਰਸਈਏ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੇਰਾ ਖਿਆਲ ਜਾਰੀ ਰਹਿਣਗੇ। ਜੋ ਕੁਛ ਸਿਆਸਤ ਜਿਹੜੀ ਆ ਜੀ ਉਹ ਹੋ ਰਹੀ ਹੈ ਉਹਦੇ ਤੋਂ ਇਹ ਲੱਗ ਰਿਹਾ ਜੀ ਕਿ ਜਿਵੇਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਜੀ ਉਹਨਾਂ ਨੂੰ ਟਰੂਡੋ ਹੋਰਾਂ ਦਾ ਸਹਾਰਾ ਹੋਵੇ।
ਕਿਉਂਕਿ ਅਕਾਲੀ ਦਲ ਜਿਹੜਾ ਜੀ ਉਹ ਬਹੁਤ ਪ੍ਰਚਾਰ ਰਿਹਾ, ਕਹਿੰਦੇ ਜੀ ਅਸੀਂ ਦੇਖੋ ਟਰੂਡੋ ਦਾ ਸਵਾਗਤ ਕੀਤਾ, ਉਹਨੇ ਪੰਜਾਬੀਆਂ ਨੂੰ ਸਿੱਖਾਂ ਨੂੰ ਬਹੁਤ ਜਿਹੜਾ ਜੀ ਉਹ ਮਾਣ ਦਿੱਤਾ। ਉਹ ਕਹਿੰਦੇ ਜੇ ਅਸੀਂ ਨਾ ਸਵਾਗਤ ਦੀ ਗੱਲ ਕਰਦੇ ਤੇ ਜਿਹੜੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਜਿਹੜਾ ਜੀ ਉਹ ਟਾਈਮ ਨਹੀਂ ਸੀ ਮੰਗਣਾ ਉਹਨਾਂ ਤੋਂ। ਉਹ ਕਹਿੰਦੇ ਸਾਡੀ ਵਜ੍ਹਾ ਕਰਕੇ ਉਹ ਟਾਈਮ ਜਿਹੜਾ ਸੀ ਉਹ ਉਹਨਾਂ ਨੇ ਮੰਗਿਆ ਤੇ ਉਹਨਾਂ ਨੂੰ ਮਿਲਿਆ। ਨਾਲ ਦੀ ਨਾਲ ਇਹ ਵੀ ਕਹਿੰਦੇ ਕਿ ਉਹਨਾਂ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚੋਂ ਕੁਛ ਨਹੀਂ ਨਿਕਲਿਆ। ਖੈਰ ਨਿਕਲ ਕੱਢਣ ਨੂੰ ਤਾਂ ਉਹਦੇ ਵਿੱਚ ਜਿਹੜਾ ਜੀ ਉਹ ਕੁਛ ਬਹੁਤਾ ਹੈ ਨਹੀਂ ਸੀਗਾ, ਇਹ ਤਾਂ ਸਭ ਨੂੰ ਪਤਾ ਹੈ। ਉਧਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਵੀ ਇਸ ਗੱਲ ਤੋਂ ਔਖੇ ਨੇ ਕਿ ਵੀ ਉਹਨਾਂ ਨੂੰ ਵੀ ਅਣਗੌਲਿਆ ਕੀਤਾ ਗਿਆ। ਔਰ ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸੀਗਾ ਉਹ ਜਸਟਿਨ ਟਰੂਡੋ ਹੋਰਾਂ ਦਾ ਸਵਾਗਤ ਕੀਤਾ, ਪਰ ਉਹ ਕਹਿੰਦੇ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਉਹਨਾਂ ਨੂੰ ਵੀ ਇੱਥੇ ਸੱਦਿਆ ਜਾਣਾ ਚਾਹੀਦਾ ਸੀਗਾ। ਕਿਰਨਜੀਤ ਕੌਰ ਜਿਹੜੀ ਹੈ ਜੀ ਉਹਨੇ ਇਹ ਗੱਲ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਹੈ ਜੀ ਉਠਾਈ ਆ। ਇਹ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਜੀ ਆਇਆ ਕਿਹਾ ਜਾਣਾ ਸੀਗਾ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇੱਥੇ ਨਾ ਸੱਦਣਾ ਇੱਕ ਸ਼ਰਮਨਾਕ ਗੱਲ ਹੈ। ਉਹਦੇ ਉੱਤੇ ਫਿਰ ਲੋਕਾਂ ਨੇ ਜਿਹੜੀ ਇਹਦੀ ਆਪਣੀ ਪ੍ਰਤੀਕਿਰਿਆ ਦਿੱਤੀ ਆ, ਜਿਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਿਹੜੇ ਡਾਕਟਰ ਰੂਪ ਸਿੰਘ ਆ ਉਹਨਾਂ ਨੇ ਵੀ ਜਿਹੜਾ ਜੀ ਉਹ ਲਿਖਿਆ ਔਰ ਇਹ ਲਿਖਿਆ ਕਿ ਜਿੱਦਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਆਏ ਇੱਦਾਂ ਦੇ ਮੌਕੇ ਜਿਹੜੇ ਬੜੇ ਘੱਟ ਆਉਂਦੇ ਆ ਔਰ ਸੰਸਥਾ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਸ਼ਮੂਲੀਅਤ ਜਿਹੜੀ ਆ ਉਹ ਹੋਣੀ ਚਾਹੀਦੀ ਸੀ। ਇਹਦੇ ਵਿੱਚ ਜ਼ਿਕਰ ਇਹ ਕੀਤਾ ਗਿਆ ਕਿ ਜਦੋਂ ਬ੍ਰਿਟੇਨ ਦੀ ਮਹਾਰਾਣੀ ਕੁਈਨ ਐਲਿਜ਼ਾਬੈਥ ਇੱਥੇ ਆਏ ਸਨ ਤੇ ਉਦੋਂ ਮੈਂਬਰਾਂ ਨੂੰ ਰਸਮੀ ਸੱਦਾ ਪੱਤਰ ਵੀ ਦਿੱਤਾ ਗਿਆ ਸੀਗਾ ਔਰ ਸਵਾਗਤ ਪ੍ਰੋਗਰਾਮ ਦੇ ਵਿੱਚ ਵੀ ਸ਼ਾਮਲ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਇਹ ਵੀ ਗੱਲ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਉੱਠ ਰਹੀ ਆ ਕਿ ਜਦੋਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਆਏ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਉਹਨਾਂ ਦੇ ਨਾਲ ਰਹਿਣਾ ਜਿਹੜਾ ਉਹ ਜ਼ਰੂਰੀ ਸੀਗਾ। ਇਹ ਕਿਹਾ ਗਿਆ ਜੀ ਕਿ ਉਹ ਨਾਲ ਜਿਹੜੇ ਉਹ ਨਹੀਂ ਰਹੇ ਔਰ ਇਹ ਵੀ ਕਿਹਾ ਗਿਆ ਜੀ ਕਿ ਪ੍ਰਧਾਨ ਮੰਤਰੀ ਦੀ ਆਮਦ ਦੇ ਸਮੇਂ ਜਿਹੜੇ ਦਫ਼ਤਰ ਦੇ ਅਧਿਕਾਰੀਆਂ ਨੇ ਸਾਰਾ ਪ੍ਰੋਗਰਾਮ ਉਲੀਕਿਆ ਸੀਗਾ, ਉਹਨਾਂ ਨੂੰ ਇਹ ਚਾਹੀਦਾ ਸੀਗਾ ਕਿ ਸਾਰੇ ਦੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੁਲਾਇਆ ਜਾਂਦਾ ਆਫੀਸ਼ੀਅਲੀ ਤੌਰ ਦੇ ਉੱਤੇ ਔਰ ਉਹਨਾਂ ਦੀ ਇੰਟਰੋਡਕਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਂਦੀ, ਉਹ ਵੀ ਨਾਲ ਨਾਲ ਰਹਿੰਦੇ। ਰੌਲਾ ਅਸਲ ਦੇ ਵਿੱਚ ਨਾ ਜੀ ਸਾਰਾ ਚੱਲ ਰਿਹਾ ਫੋਟੋਆਂ ਦਾ, ਕਿ ਕਿਹਦੀ ਫੋਟੋ ਖਿੱਚੀ ਗਈ ਕਿਹਦੀ ਨਹੀਂ ਫੋਟੋ ਜਿਹੜੀ ਜੀ ਉਹ ਖਿੱਚੀ ਗਈ। ਜੇ ਕਿਸੇ ਨੇ ਕੁਝ ਵੀਡੀਓ ਦੇਖੀਆਂ ਹੁਣ ਉਹਦੇ 'ਚ ਇੱਕ ਤਾਂ ਜਿਹੜੀ ਵੀਡੀਓ ਬੜੀ ਅਜੀਬ ਦਿਸ ਰਹੀ ਹੈ ਜਿਹਦੇ 'ਚ ਇੱਕ ਨੇਤਾ ਜਿਹੜਾ ਜੀ ਉਹ ਇਕੱਲਾ ਖੜਾ, ਕੋਈ ਵੀ ਨਹੀਂ ਹੈਗਾ ਆਲੇ ਦੁਆਲੇ, ਤੇ ਇੱਕ ਇਸ ਤਰ੍ਹਾਂ ਦਾ ਵੀ ਹੈ ਜੀ ਜਿਹੜਾ ਧਾਰਮਿਕ ਨੇਤਾ ਅਖਵਾਉਂਦਾ ਕਿ 3 ਵਾਰੀ ਚੁੱਕ ਕੇ ਸਿਕਿਉਰਿਟੀ ਵਾਲੇ ਜਿਹੜਾ ਜੀ ਉਹਨੂੰ ਪਰਾਂ ਧੱਕਦੇ ਆ, ਉਹ ਫਿਰ ਵੜਨ ਦੀ ਅੰਦਰ ਜਿਹੜੀ ਉਹ ਕੋਸ਼ਿਸ਼ ਕਰ ਰਿਹਾ। ਕਿਉਂਕਿ ਤਾਂ ਕਿ ਉਹਦੀ ਫੋਟੋ ਵੀ ਕਿਤੇ ਆ ਜਾਏ। ਜੀ ਬਿਲਕੁਲ, ਰਗੜਾ ਝਗੜੇ ਜਿਹੜੇ ਆ ਫੋਟੋਆਂ ਦੇ ਆ। ਤੇ ਅੱਗੇ ਗੱਲ ਕਰਦੇ ਆ ਜੀ ਕ੍ਰਿਕਟ ਖਿਡਾਰੀ ਹਰਮਨਪ੍ਰੀਤ ਦੀ ਤੇ ਉਸ ਦੇ DSP ਬਣਨ ਦਾ ਰਾਹ ਪੱਧਰਾ। ਬਿਲਕੁਲ ਜੀ, ਐਕਚੁਅਲੀ ਇਹ ਤਾਂ ਮਾਮਲਾ ਰਿਹਾ ਜੀ ਪਿਛਲੇ ਕੁਝ ਸਮੇਂ ਤੋਂ। ਹੋਇਆ ਇਹ ਸੀਗਾ ਕਿ ਹਰਮਨਪ੍ਰੀਤ ਜਿਹੜੀ ਪੰਜਾਬ ਦੀ ਖਿਡਾਰਨ ਹੈ ਜੀ, ਮੋਗੇ ਤੋਂ ਹੈ ਔਰ ਇਹਨੇ ਬੜੇ ਸ਼ਾਨਦਾਰ ਖੇਡ ਦਾ ਜਿਹੜਾ ਜੀ ਉਹ ਮੁਜ਼ਾਹਰਾ ਕੀਤਾ। ਇਹਦੀ ਵਿਚਾਰੀ ਦੀ ਪੁੱਛ ਗਿੱਛ ਉਦੋਂ ਹੋਈ ਜਾ ਕੇ ਜਦੋਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹ ਛਾ ਗਈ ਕਿ ਔਰ ਨੇਤਾਵਾਂ ਨੂੰ ਵੀ ਇੱਥੇ ਚੇਤਾ ਆਇਆ ਵੀ ਹਰਮਨਪ੍ਰੀਤ ਦਾ ਅਸੀਂ ਵੀ ਸਵਾਗਤ ਜਿਹੜਾ ਵੀ ਉਹ ਕਰਨਾ ਹੈ, ਪੰਜਾਬ ਦੀ ਧੀ ਹੈ। ਤਾਂ ਉਹਨੇ ਉਦੋਂ ਇੱਕ ਸਵਾਲੀਆ ਚਿੰਨ੍ਹ ਜਿਹੜੇ ਜੀ ਉਹ ਖੜੇ ਕਰ ਦਿੱਤੇ ਸੀਗੇ, ਕਿਉਂਕਿ ਜਦੋਂ ਉਹਨੇ ਵਰਲਡ ਕੱਪ ਦੇ ਵਿੱਚ ਸ਼ਾਨਦਾਰ ਖੇਡ ਆਪਣੀ ਦਿਖਾਈ ਤਾਂ ਮੁੱਖ ਮੰਤਰੀ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਜੀ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਜਿਹੜੀ ਆ ਉਹ ਦੇਵਾਂਗੇ, DSP। ਉਹਨੇ ਵੀ ਹਾਮੀ ਜਿਹੜੀ ਇਹਦੀ ਭਰੀ ਤੇ ਨਾਲ ਦੀ ਨਾਲ ਇਹ ਕਿਹਾ ਵੀ ਹੁਣ ਤੱਕ ਤਾਂ ਉਹ ਰੇਲਵੇ ਵੱਲੋਂ ਖੇਡਦੀ ਸੀ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਹਰਮਨਪ੍ਰੀਤ ਖੇਡਣ ਲੱਗੀ ਆ ਉਹਨੂੰ ਕਿਸੇ ਨੇ ਪੁੱਛਿਆ ਹੀ ਨਾ ਕਿ ਇਹ ਵੀ ਜਿਹੜੀ ਜੀ ਉਹ ਖਿਡਾਰਨ ਹੈਗੀ ਆ। ਤੇ ਉਹ ਵਿਚਾਰੀ ਜਿਹੜੀ ਸੀਗੀ ਅੱਕ ਕੇ ਉਹਨੇ ਸੈਂਟਰ ਦੇ ਵਿੱਚ ਚਲੇ ਗਈ ਔਰ ਰੇਲਵੇ ਦੇ ਵਜੋਂ ਖੇਡਣ ਲੱਗ ਗਈ। ਰੇਲਵੇ ਨੇ ਉਹਨੂੰ ਥਾਂ ਦਿੱਤੀ, ਜਗ੍ਹਾ ਦਿੱਤੀ, ਉਹਨੂੰ ਖਿਡਾਇਆ, ਨੌਕਰੀ ਦੇ ਦਿੱਤੀ। ਉਹਨੇ ਜਦੋਂ ਇਹ ਕਿਹਾ ਗਿਆ ਜੀ ਕਿ DSP ਦਾ ਅਹੁਦਾ ਇੱਥੇ, ਔਰ ਉਹਨੇ ਕਿਹਾ ਕਿ ਉਹ ਪਹਿਲ ਦਊਗੀ ਸੂਬੇ ਦੇ ਵਿੱਚ ਨੌਕਰੀ ਕਰਨ ਨੂੰ, ਤੇ ਉਹਨੇ ਰਿਜ਼ਾਈਨ ਦਿੱਤਾ ਰੇਲਵੇ ਤੋਂ। ਤੇ ਰੇਲਵੇ ਕਹਿੰਦਾ ਜੀ ਕਿ ਉਹਦੀ ਟ੍ਰੇਨਿੰਗ ਦੇ ਉੱਤੇ ਅਸੀਂ ਪੈਸੇ ਜਿਹੜੇ ਆ ਜੀ ਉਹ ਖਰਚੇ ਆ, ਇਉਂ ਨਹੀਂ ਜਿਹੜਾ ਜੀ ਉਹ ਇਹ ਤੋਂ ਅਸਤੀਫਾ ਦੇ ਸਕਦੀ ਨਹੀਂ, ਅਦਰਵਾਈਜ਼ ਜਿਹੜਾ ਜੀ ਉਹਨੇ ਕਿਹਾ ਕਿ ਉਹ ਜਿਹੜਾ ਪੈਸਾ ਉਹਦੇ ਉੱਤੇ ਖਰਚ ਹੋਇਆ ਉਹ ਸਾਰੇ ਦਾ ਸਾਰਾ ਜਮ੍ਹਾਂ ਕਰਾਵੇ, ਜਿਹੜਾ ਇੰਪਲੋਇਮੈਂਟ ਬੌਂਡ ਹੈ ਉਹ। ਫਿਰ ਉਹਨੇ ਦੁਚਿੱਤੀ 'ਚ ਫਸ ਗਈ ਜੀ, ਨਾ ਉੱਧਰੋਂ ਉਹਨੂੰ ਤਨਖਾਹ ਰੁਕ ਗਈ, ਇੱਧਰੋਂ DSP ਦੇ ਅਹੁਦੇ ਦੇ ਉੱਤੇ ਜਿਹੜਾ ਜੀ ਉਹ ਉਨੀ ਦੇਰ ਤੱਕ ਨਹੀਂ ਜੁਆਇਨ ਕਰ ਸਕਦੀ ਜੀ ਜਿੰਨੀ ਦੇਰ ਤੱਕ ਉਹ ਦੂਜੇ ਪਾਸੇ ਤੋਂ ਅਸਤੀਫਾ ਨਹੀਂ ਦਿੱਤੀ। ਫਿਰ ਜਿਹੜੇ ਮੁੱਖ ਮੰਤਰੀ ਸਨ ਜੀ ਉਹਨਾਂ ਨੇ ਚਿੱਠੀ ਲਿਖੀ ਰੇਲਵੇ ਨੂੰ ਕਿ ਉਹ ਇੱਕ ਮੁਲਕ ਦੇ ਵਾਸਤੇ ਖੇਡਦੀ ਆ, ਜੇ ਸੂਬਾ ਉਹਨੂੰ ਜਿਹੜਾ ਦੀ ਨੌਕਰੀ ਦੇਣਾ ਚਾਹੁੰਦਾ ਤੇ ਰੇਲਵੇ ਜਿਹੜਾ ਜੀ ਉਹਦਾ ਇਹ ਇੰਪਲੋਇਮੈਂਟ ਬੌਂਡ ਜਿਹੜਾ ਜੀ ਉਹਨੂੰ ਮਾਫ ਕਰ ਦੇਵੇ
ਇਹ ਜਦੋਂ ਮੁੱਖ ਮੰਤਰੀ ਦੀ ਚਿੱਠੀ ਜਿਹੜੀ ਆ ਜੀ ਉਹ ਗਈ ਆ ਤੇ ਹੁਣ ਰੇਲਵੇ ਨੇ ਜਿਹੜਾ ਜੀ ਇਹ ਚਿੱਠੀ ਹਾਸਲ ਕਰਨ ਤੋਂ ਬਾਅਦ ਇਹ ਦੱਸਿਆ ਜੀ ਕਿ ਜਿਹੜੀ ਬੌਂਡ ਖਤਮ ਕਰਨ ਦੀ ਰਿਕੁਐਸਟ ਸੀਗੀ ਉਹ ਪ੍ਰਵਾਨ ਕਰ ਲਈ ਗਈ ਆ। ਹੁਣ ਉੱਥੋਂ ਇਹਦੀ ਜਿਹੜੀ ਆ ਜੀ ਉਹ ਖਲਾਸੀ ਹੋ ਜੂਗੀ ਰੇਲਵੇ ਤੋਂ, ਔਰ ਹਰਮਨਪ੍ਰੀਤ ਜਿਹੜੀ ਆ ਜੀ ਉਹ ਸ਼ਾਇਦ ਮਾਰਚ ਦੇ ਪਹਿਲੇ ਹਫ਼ਤੇ ਜਿਹੜਾ ਜੀ DSP ਦੇ ਅਹੁਦੇ ਵਜੋਂ ਇੱਥੇ ਪੰਜਾਬ ਦੇ ਵਿੱਚ ਜੁਆਇਨ ਕਰੂਗੀ। ਦੇਖ ਨਾਲ ਹੀ ਸਹੀ ਇਸ ਲੜਕੀ ਦੀ ਜਿਹੜੀ ਪ੍ਰਤਿਭਾ ਹੈ, ਜਿਹੜੀ ਉਹਨੇ ਵਿਸ਼ਵ ਦੇ ਵਿੱਚ ਆਪਣਾ ਲੋਹਾ ਮਨਵਾਇਆ, ਉਹਨੂੰ ਸੂਬੇ ਨੇ ਪਛਾਣਿਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।